ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ आनंद गुणी निधान गुरु गरीब नवाज सारी संगत गज के बोलना सतनाम श्री वाहिगुरु जी। सौ के लंघ गई बथेरी होर ना कर देरी सौ के लंघ गई बथेरी होर ना कर देरी एक दिन ऐसा सोना दिन ऐसा सोना किसे ने जगाना नहीं दुनिया ते बंदे बार बार
ਮਾਨੇ ਪਿੰਜਰੇ ਨੂੰ ਰਹਿਣਾ ਰੋਜ਼ ਤੂੰ ਸ਼ਿੰਗਾਰਦਾ ਭੁੱਲ ਗਿਆ ਗਾ ਭੁਲਾ ਤੂੰ ਰੱਬ ਨਾ ਜਤਾਰਦਾ ਮਾਨੇ ਪਿੰਜਰੇ ਨੂੰ ਰਹਿਣਾ ਰੋਜ਼ ਤੂੰ ਸ਼ਿੰਗਾਰਦਾ ਇੱਕ ਦਿਨ ਟੁੱਟ ਜਾਣਾ ਦਿਨ ਟੁੱਟ ਜਾਣਾ ਕਿਸੇ ਹੱਥ ਪਾਉਣਾ ਨਹੀਂ ਦੁਨੀਆ ਤੇ ਬੰਦੇ ਵਾਰ-ਵਾਰ ਆਉਣਾ ਨਹੀਂ ਹਾਂ ਦੁਨੀਆ ਤੇ ਬੰਦੇ ਦੂਜੀ ਵਾਰ ਆਉਣਾ ਨਹੀਂ ਸੱਚ ਦੇ ਕਰਮ ਕਰ ਲੋਕ ਜਸ ਗਾਉਣਗੇ ਮਹਿਫਲਾਂ ਦੇ ਵਿੱਚ ਗੱਲਾਂ ਤੇਰੀਆਂ ਚਲਾਉਣਗੇ ਸੱਚ ਦੇ ਕਰਮ ਕਰ ਲੋਕ ਜਸ ਗਾਉਣਗੇ ਮਹਿਫਲਾਂ ਦੇ ਵਿੱਚ ਗੱਲਾਂ ਤੇਰੀਆਂ ਚਲਾਉਣਗੇ ਜੇ ਬੀਤ ਗਿਆ ਵੇਲਾ ਬੀਤ ਗਿਆ ਵੇਲਾ ਫੇਰ ਹੱਥ ਆਉਣਾ ਨਹੀਂ ਦੁਨੀਆ ਦੇ ਬੰਦੇ ਵਾਰ-ਵਾਰ ਆਉਣਾ ਨਹੀਂ ਹਾਂ ਦੁਨੀਆ ਤੇ ਬੰਦੇ ਦੂਜੀ ਵਾਰ ਆਉਣਾ ਨਹੀਂ ਹੱਥ ਲਗਾ ਸਿਕੰਦਰ ਇਥੋਂ ਰੌਣਕਾਂ ਨੇ ਹਾਰ ਕੇ ਮਾਤ ਦੁਰਜੋਧਨ ਕਰਨ ਖਾਦੇ ਜਿਨਾ ਮਾਰ ਕੇ ਤੁਰ ਗਿਆ ਸਿਕੰਦਰ ਇਥੋਂ ਰੌਣਕਾਂ ਨੇ ਹਾਰ ਕੇ ਮੌਤ ਦੁਰਜੋਧਨ ਕਰਨ ਖਾਤੇ ਮਾਰ ਕੇ ਤੁਰ ਗਿਆ ਸਿਕੰਦਰ ਇਥੋਂ ਰੌਣਕਾਂ ਨੇ ਹਾਰ ਕੇ ਮੌਤ ਦੁਰਜੋਧਨ ਕਰਨ ਖਾਤੇ ਮਾਰ ਕੇ ਕਾਲ ਬਲੀ ਕੋਲ ਕਿਸੇ ਬਲੀ ਕੋਲ ਕਿਸੇ ਵੈਦ ਨੇ ਛਡਾਉਣਾ ਨਹੀਂ ਦੁਨੀਆ ਤੇ ਬੰਦੇ
ਸੱਚ ਦੇ ਕਰਮ ਕਰ ਦਾਨੀ ਬਣ ਵੀਰ ਨਾ ਸੱਚ ਸੰਤੋਖ ਦੀ ਨਿਸ਼ਾਨੀ ਬਣ ਵੀਰ ਨਾ ਸੱਚ ਦੇ ਕਰਮ ਕਰ ਦਾਨੀ ਬਣ ਵੀਰ ਨਾ ਸੱਚ ਸੰਤੋਖ ਦੀ ਨਿਸ਼ਾਨੀ ਬਣ ਵੀਰ ਨਾ ਸੱਚ ਦੇ ਕਰਮ ਕਰ ਦਾਨੀ ਬਣ ਵੀਰ ਨਾ ਸੱਚ ਸੰਤੋਖ ਦੀ ਨਿਸ਼ਾਨੀ ਬਣ ਵੀਰ ਨਾ ਸੇਵਾ ਸਿਮਰਨ ਬਾਜੋ ਸਿਮਰਨ ਬਾਜੋ ਕਿਸੇ ਕੰਮ ਆਉਣਾ ਨਹੀਂ ਦੁਨੀਆ ਤੇ ਬੰਦੇ ਵਾਰ-ਵਾਰ ਆਉਣਾ ਨਹੀਂ ਦੁਨੀਆ ਤੇ ਬੰਦੇ ਵਾਰ-ਵਾਰ ਆਉਣਾ ਨਹੀਂ ਓ ਦੁਨੀਆ ਤੇ ਬੰਦੇ ਦੂਜੀ ਵਾਰ ਆਉਣਾ ਨਹੀਂ ਜੁਗੋ ਜੁਗਾ ਟਲ ਸਤਿਗੁਰੂ ਸ਼ਬਦ ਗੁਰੂ ਪ੍ਰਤੱਖ ਗੁਰੂ ਪੂਰਾ ਗੁਰੂ ਸਮਰੱਥ ਗੁਰੂ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਾਹਿਬ ਜੀ ਨੂੰ ਸੀਸ ਝੁਕਾਉਂਦੇ ਹੋਇਆਂ ਸਮੂਹ ਗੁਰੂ ਕੀਆਂ ਸੰਗਤਾਂ ਘਰਾਂ ਵਿੱਚ ਜੁੜ ਕੇ ਸ਼ਬਦ ਦੇ ਨਾਲ ਸੁਰਤ ਜੋੜ ਕੇ ਬੈਠੀਆਂ ਹੋਈਆਂ ਗੁਰੂ ਦਰਬਾਰ ਅੰਦਰ ਜੁੜੀਆਂ ਹੋਈਆਂ ਸੰਗਤਾਂ ਇੱਕ ਵਾਰ ਰਸਨਾ ਮੁਬਾਰਕ ਕਰਿਓ ਆਖਿਓ ਜੀ ਸਤਨਾਮ ਸ੍ਰੀ ਵਾਹਿਗੁਰੂ। ਆਪ ਜੀ ਨੇ ਜੋ ਰਚਨਾ ਸਰਵਣ ਕੀਤੀ ਮਨੁੱਖੀ ਜੀਵਨ ਦਾ ਤੱਤ ਹੈ ਮਨੁੱਖੀ ਜੀਵਨ ਦਾ ਸਾਰ ਹੈ ਮਨੁੱਖੀ ਜੀਵਨ ਉਪਦੇਸ਼ ਹੈ ਇਹ ਹਕੀਕਤ ਸੱਚ ਹੈ ਅਟਲ ਸੱਚਾਈ ਹੈ ਕਿ ਇਸ ਦੁਨੀਆ ਦੇ ਉੱਪਰ ਵਾਰ-ਵਾਰ ਜਨਮ ਨਹੀਂ ਹੋਇਆ ਕਰਦਾ ਇਸ ਦੁਨੀਆ ਦੇ ਅੰਦਰ ਮਨੁੱਖਾ ਦੇ ਵਾਰ-ਵਾਰ ਨਹੀਂ ਪ੍ਰਾਪਤ ਹੋਇਆ ਕਰਦੇ ਬੜੇ ਚੰਗੇ ਭਾਗਾਂ ਕਰਕੇ ਚੰਗੇ ਗੁਣਾਂ ਕਰਕੇ ਚੰਗੇ ਸੰਸਕਾਰਾਂ ਕਰਕੇ ਅਕਾਲ ਪੁਰਖ ਦੀ ਰਹਿਮਤ ਦੇ ਸਦਕਾ ਸਤਿਗੁਰੂ ਜੀ ਨੇ ਕਿ ਵਾਰ-ਵਾਰ ਇਸੇ ਕਰਕੇ ਤਾਕੀਦ ਕੀਤੀ ਹੈ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇੱਥੇ ਪ੍ਰਾਪਤ ਸ਼ਬਦ ਵਰਤਿਆ ਹੈ ਤੇ ਆਪਾਂ ਆਪਣੇ ਜੀਵਨ 'ਚ ਵੇਖ ਲਈਏ ਅਸੀਂ ਆਪਣੇ ਜੀਵਨ 'ਚ ਕਿੰਨੀਆਂ ਕੁ ਚੀਜ਼ਾਂ ਨੂੰ ਪ੍ਰਾਪਤ ਕੀਤਾ ਹੈ ਕਿੰਨੀਆਂ ਪ੍ਰਾਪਤੀਆਂ ਕੀਤੀਆਂ ਨੇ ਕਈ ਲੋਕ ਸਾਰੀ ਉਮਰ ਤੇ ਹੰਢਾ ਲੈਂਦੇ ਨੇ ਪਰ ਉਹਨਾਂ ਤੋਂ ਕੁਝ ਪ੍ਰਾਪਤ ਨਹੀਂ ਕੀਤਾ ਜਾਂਦਾ ਤੇ ਵੱਡੇ ਭਾਗ ਹੋਣਗੇ ਜਦੋਂ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਤੇ ਸਾਹਿਬ ਇਹ ਵੀ ਆਖਦੇ ਨੇ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਬੀਰ ਮਾਨਸ ਜਨਮ ਦੁਰਲਭ ਹੈ ਹੋਏ ਨਾ ਬਾਰੰਗਬਾਰ ਇਹ ਬੜੀ ਦੁਰਲਭ ਚੀਜ਼ ਹੈ ਬਾਰ-ਬਾਰ ਨਹੀਂ ਇਸ ਤਰੀਕੇ ਦੀ ਉਦਾਹਰਨ ਨਾਲ ਦਿੱਤੀ ਜਿਉਂ ਬਨ ਫਲ ਪਾਕੇ ਭੋਏ ਗ੍ਰਹਿ ਬਹੁਰ ਨਾ ਲਾਗੇ ਡਾਰ ਪੱਕਾ ਫਲ ਇੱਕ ਵਾਰੀ ਝੜ ਗਿਆ ਦੁਬਾਰਾ ਟਾਹਣੀ ਦੇ ਨਾਲ ਨਹੀਂ ਜੁੜਦਾ ਦੁਬਾਰਾ ਨਹੀਂ ਇਸ ਕਰਕੇ ਸੌਂ ਕੇ ਲੰਘ ਗਈ ਬਥੇਰੀ ਹੁਰ ਨਾ ਕਰ ਦੇਣੀ ਇੱਕ ਦਿਨ ਐਸਾ ਸੌਣਾ ਕਿਸੇ ਨੇ ਜਗਾਉਣਾ ਨਹੀਂ ਦੁਨੀਆ ਤੇ ਬੰਦੇ ਵਾਰ-ਵਾਰ ਆਉਣਾ ਨਹੀਂ ਸੱਚ ਹੈ ਇੱਕ ਦਿਨ ਐਸਾ ਸੌ ਜਾਣਾ ਕੋਈ ਭੈਣ ਆਵਾਜ਼ਾਂ ਮਾਰੇਗੀ ਪਤਨੀ ਆਵਾਜ਼ਾਂ ਮਾਰੇਗੀ ਪਿਤਾ ਆਵਾਜ਼ਾਂ ਮਾਰੇਗਾ ਮਾਂ ਆਵਾਜ਼ ਮਾਰ ਕੇ ਬੁਲਾਏਗੀ ਕਿਸੇ ਦੀ ਆਵਾਜ਼ ਨਹੀਂ ਸੁਣਨੀ ਮੇਰੇ ਸਾਹਿਬ ਜੀ ਦਾ ਪਾਵਨ ਬਚਨ ਹੈ ਕਬੀਰ ਸੂਤਾ ਕਿਆ ਕਰਹਿ ਉੱਠ ਕੇ ਨਾ ਜਪਹਿ ਮੁਰਾਰ ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ ਪਸਾਰ ਐਸੀਆਂ ਲੰਬੀਆਂ ਤਾਣ ਕੇ ਸੌਂ ਜਾਣਾ ਫਿਰ ਕਿਸੇ ਦੇ ਜਗਾਇਆ ਵੀ ਨਹੀਂ ਜਾਗਣਾ ਸਾਹਿਬ ਆਖਦੇ ਨੇ ਉੱਠ
दूसरा शब्द है कबीर, सूता क्या करे बैठा रहो अर जाग, जाके संग ते बीशरा ताही के संग लाग। ਜਿਹੜੇ ਸੰਗ ਤੋਂ ਟੁੱਟ ਗਏ, ਜਿਹੜੇ ਸੰਗ ਤੋਂ, ਜਿਹੜੇ ਸਾਥ ਤੋਂ ਵਿਛੜ ਚੁੱਕੇ ਹੈ, ਉਸ ਦੇ ਮਿਲਾਪ ਵਾਸਤੇ ਕੋਈ ਪ੍ਰਬੰਧ ਕਰ, ਉੱਠ ਜਾਗ। ਸੁੱਤਿਆਂ ਗੱਲ ਨਹੀਂ ਬਣਨੀ, ਸੌਂ ਕੇ ਜ਼ਿੰਦਗੀ ਲੰਘ ਰਹੀ ਹੈ। ਸਾਹਿਬ ਆਖਦੇ ਨੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁੱਕਦੀ ਚੱਲੀ ਰਹਿਣ। ਇਹ ਤੇ ਰਹਿਣ ਬੀਤ ਹੋ ਜਾਣੀ ਹੈ, ਜ਼ਿੰਦਗੀ ਰੂਪੀ ਰਾਤ ਖਤਮ ਹੋ ਜਾਏਗੀ। ਜਾਗ, ਗੁਰਬਾਣੀ ਦਾ, ਗੁਰੂ ਕੀ ਬਾਣੀ ਦਾ ਬਚਨ ਹੈ, ਜਾਗ ਰੇ ਮਨ ਜਾਗਣ ਹਾਰੇ, ਉੱਠ ਜਾਗ। ਇਹ ਵੀ ਆਖਿਆ ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ ਸੋ ਭੀ, ਸੰਗ ਨਾ ਹੋਇਆ ਇਹਨੇ ਤੇਰੇ ਨਾਲ ਨਹੀਂ ਜਾਣਾ ਜਿਹੜਾ ਸਰੀਰ ਲੈ ਕੇ ਪੈਦਾ ਹੋਇਆ। ਜਾਗ। ਮੈਨੂੰ ਬੁੱਲੇ ਸ਼ਾਹ ਦਾ ਬਚਨ ਵੀ ਯਾਦ ਆ ਗਿਆ, ਕਿਉਂਕਿ ਜੇਕਰ ਜਾਗਣ ਦੀ ਤੇ ਸੌਣ ਦੀ ਗੱਲ ਚੱਲ ਪਈ ਹੈ ਤੇ ਕਹਿਣਾ ਤੇ ਇਹੋ ਹੀ ਪਵੇਗਾ ਨਾ। ਬੁੱਲੇ ਸ਼ਾਹ ਵੀ ਕਹਿੰਦਾ ਉੱਠ ਜਾਗ, ਕੁਰਾੜੇ ਮਾਰ ਨਹੀਂ, ਇਹ ਸੌਣ ਤੇਰੇ ਦਰਕਾਰ ਨਹੀਂ। ਇੱਕ ਰੋਜ਼ ਜਹਾਨੋਂ ਜਾਣਾ ਏ, ਜਾਂ ਕਬਰਾਂ ਵਿੱਚ ਸਮਾਣਾ ਏ, ਉਹ ਤੇਰਾ ਗੋਸ਼ਟ ਕੀੜਿਆਂ ਖਾਣਾ ਏ। ਕਰ ਚੇਤਾ ਮਰਗ ਵਿਸਾਰ ਨਹੀਂ, ਉੱਠ ਜਾਗ, ਕੁਰਾੜੇ ਮਾਰ ਨਹੀਂ। ਇੰਨੀ ਗਹਿਰੀ ਨੀਂਦ ਵਿੱਚ ਸੌ ਗਿਆ। ਜਾਗ। ਇਹ ਨਾ ਸਮਝ ਲੈਣਾ ਵੀ ਅਸੀਂ ਜਾਗਦੇ ਹੋਏ ਆ, ਤੇ ਜਾਂ ਜਿਹੜੇ ਲੋਕ ਸੜਕਾਂ ਤੇ ਉੱਤਰ ਹੁੰਦੇ ਨੇ ਇਹ ਜਾਗਰੂਕ ਨੇ ਤੇ ਜਾਗਦੇ ਨੇ, ਨਹੀਂ, ਭੜਕੇ ਹੋਏ ਨੇ, ਭੜਕੇ ਹੋਏ ਨੇ। ਜੇਕਰ ਹੱਕਾਂ ਦੀ ਪ੍ਰਤੀ ਇਹ ਜਾਗਰੂਕ ਹੁੰਦੇ, ਜਾਗਦੇ ਹੁੰਦੇ, ਤੇ ਆਪਣੇ ਹੱਕਾਂ ਤੇ ਡਾਕਾ ਨਾ ਪੈਣ ਦਿੰਦੇ। ਮੈਂ ਆਪਣੀ ਗੱਲ ਤੇ ਕੇਂਦਰਿਤ ਰਹਾ। ਸਤਿਗੁਰੂ ਜੀ ਜਗਾਉਂਦੇ ਨੇ ਅਵਿਦਿਆ ਦੀ ਨੀਂਦ ਵਿੱਚ, ਜਾਗ ਰੇ ਮਨ ਜਾਗਣ ਹਾਰੇ। ਇਹਨੂੰ ਜਾਗਣਾ ਪੈਣਾ। ਜਿੰਨਾ ਚਿਰ ਜਾਗਿਆ ਨਾ ਤੇ ਖੇਤ ਲੁੱਟੀਦਾ ਜਾ ਰਿਹਾ ਹੈ। ਆਓ ਜਾਗਣ ਦੀ ਕੋਸ਼ਿਸ਼ ਕਰੀਏ। ਮੇਰੇ ਸਾਹਿਬ ਨੇ ਆਖਿਆ ਹੈ, ਰਹਿਣ ਗਵਾਈ ਸੋਏ ਕਹੇ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕੌਡੀਆਂ ਦੇ ਭਾ ਐਵੇਂ ਹੀ ਨਾ ਜਨਮ ਚਲਾ ਜਾਏ। ਇਹ ਇੰਨਾ ਅਨਮੋਲ ਹੀਰੇ ਵਰਗਾ ਜਨਮ ਕੌਡੀਆਂ ਦੇ ਭਾ ਨਾ ਚਲਾ ਜਾਏ। ਇਸ ਕਰਕੇ ਇਹਨੂੰ ਮੋੜਨ ਦਾ ਯਤਨ ਕਰੀਏ ਤੇ ਜਾਗੀਏ। ਜੋ ਮੇਰਾ ਸਤਿਗੁਰੂ ਜਗਾਉਣਾ ਚਾਹੁੰਦਾ, ਜਿਸ ਨੀਂਦ ਚੋਂ ਅਸੀਂ ਜਾਗਣਾ ਹੈ। ਰੋਗੀ ਵੀ ਰਾਤ ਨੂੰ ਜਾਗਦਾ ਹੈ, ਚੋਰ ਡਾਕੂ ਲੁਟੇਰੇ ਵੀ ਜਾਗਦੇ ਨੇ। ਉਸ ਜਾਗਣ ਦੀ ਵੀ ਜੇਕਰ ਗੱਲ ਕਰ ਲਈਏ ਨਾ, ਸਾਹਿਬ ਆਖਦੇ ਨੇ ਇਹ ਜਾਗਣਾ ਤੇਰਾ ਫਲ ਸਫਲ ਨਹੀਂ, ਇਹ ਤੂੰ ਜਾਗਿਆ ਹੋਇਆ ਨਹੀਂ। ਸਤਿਗੁਰੂ ਆਖਦੇ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ। ਤੇਰਾ ਜਾਗਣਾ ਉਦੋਂ ਜਦੋਂ ਤੇਰੀ ਅੰਦਰ ਦੀ ਅੱਖ ਖੁੱਲੇ, ਤੈਨੂੰ ਅੰਦਰੋਂ ਗਿਆਨ ਹੋ ਜਾਏ, ਚਾਨਣ ਹੋ ਜਾਏ। ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ ਜਿਹੜੀ ਉਹ ਉੱਥੇ ਹਨੇਰੀ ਰਾਤ ਹੈ ਨਾ, ਖੈਰ ਉੱਥੇ ਵੀ ਚਾਨਣ ਹੋ ਜਾਏ ਤਾਂ ਤੂੰ ਜਾਗ ਪਵੇਂ। ਆਓ ਕੁਝ ਚੱਲ ਰਹੇ ਇਤਿਹਾਸ ਦੇ ਪ੍ਰਤੀ ਜਿਹੜੀ ਲੜੀ ਚੱਲ ਰਹੀ ਹੈ ਉਸ ਦੀ ਵਿਚਾਰ ਸਾਂਝਾ ਕਰਨ ਦਾ ਯਤਨ ਕਰੀਏ। ਝੁਕਾਇਓ ਸੀਸ, ਸਮਝਣ ਦਾ ਯਤਨ ਕਰਿਓ ਕਿ ਜੋ ਸਾਹਿਬ ਜੀ ਨੇ ਪਰਮਾਨ ਬਖਸ਼ਿਸ਼ ਕੀਤੇ ਨੇ, ਗੁਰਬਾਣੀ ਦੀ ਖੇਡ ਸਾਨੂੰ ਬਖਸ਼ਿਸ਼ ਕੀਤੀ ਹੈ, ਸ਼ਾਇਦ ਸਮਝ ਆ ਜਾਵੇ, ਸਾਡੇ ਭਾਗ ਚੰਗੇ ਹੋ ਜਾਣ, ਇਹ ਭਾਗ ਉਦੈ ਹੋ ਜਾਣ, ਭਾਗ ਉੱਭਰ ਆਉਣ, ਭਾਗ ਜਾਗ ਜਾਣ, ਤੇ ਸਾਡੀ ਨੀਂਦ ਖੁੱਲ ਜਾਏ, ਅੱਖਾਂ ਖੁੱਲ ਜਾਣ, ਸਾਨੂੰ ਚਾਨਣ ਹੋ ਜਾਏ, ਸਾਨੂੰ ਗਿਆਨ ਮਿਲ ਜਾਏ, ਸਾਨੂੰ ਆਪਣੇ ਇਸ ਜਨਮ ਦਾ ਪਤਾ ਲੱਗ ਜਾਏ, ਕੀ ਲੈਣ ਵਾਸਤੇ ਆਏ ਆ, ਕੀ ਲੈ ਕੇ ਜਾਣਾ ਹੈ, ਇਸ ਗੱਲ ਦਾ ਸਾਨੂੰ ਪਤਾ ਲੱਗ ਜਾਏ ਤੇ ਪਤਾ ਲੱਗੇਗਾ ਗੁਰੂ ਸਾਹਿਬ ਜੀ ਦੇ ਕੋਲ। ਆਓ ਝੁਕਾਇਓ ਸੀਸ, ਬਖਸ਼ੋ ਅਸੀਸ ਤੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਿਦਵਾਨ ਕਹਿੰਦਾ ਹੈ, ਸ਼ਾਇਦ ਮੈਂ ਆਪ ਜੀ ਦੇ ਨਾਲ ਗੱਲ ਦੁਹਰਾਈ ਹੋਵੇ, ਕਹਿੰਦਾ ਵਾਰੀ ਤੇ ਬਲਹਾਰੀ ਜਾਵਾਂ ਨਿਤ ਉਸ ਦੀ ਸ਼ਾਨ ਤੋਂ, ਜਿਸ ਦੀਆਂ ਕੁਦਰਤਾਂ ਬਣਾਇਆ ਤੁਛ ਬੰਦਾ ਹੈ। ਵੱਖੋ ਵੱਖ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ, ਕੀਤਾ ਸੋ ਤਿਆਰ ਸੋਹਣਾ ਫੇਰ ਫੇਰ ਰੰਦਾ ਹੈ। ਬਾਹਰੋਂ ਚਿੱਟੇ ਪੋਚੇ ਨਾਲ ਪੋਚਿਆ ਮਨਾਰਾ ਸੋਹਣਾ, ਅੰਦਰ ਲਹੂ ਮੂਤ ਮਲ ਪਰ ਗੰਦਾ ਹੈ। ਬੰਦਾ ਬੰਦਗੀ ਕਰੇ ਤੇ ਚੰਗਾ ਹੈ, ਬੰਦਗੀ ਬਗੈਰ ਬੰਦਾ ਗੰਦੇ ਤੋਂ ਵੀ ਗੰਦਾ ਹੈ। ਇਸ ਕਰਕੇ ਜਿਹੜੀ ਵਡੇਰਿਆਂ ਨੇ ਸਾਨੂੰ ਦਾਤ ਬਖਸ਼ਿਸ਼ ਕੀਤੀ ਉਹਦੇ ਨਾਲ ਜੁੜਨ ਦਾ ਯਤਨ ਕਰੀਏ। ਕੱਲ ਦੇ ਦਿਨ ਤੱਕ ਆਪ ਜੀ ਦੇ ਨਾਲ ਇੱਕ ਦਸਤਾਰ ਦਾ ਮੁੱਲ, ਪੱਗ ਦਾ ਮੁੱਲ, ਪੱਗ ਕੀ ਹੁੰਦੀ ਹੈ, ਮਰਦਾਂ ਦੀ ਬਾਤ ਸਾਂਝੀ ਕੀਤੀ ਸੀ। ਚੌਧਰੀ ਨੱਥਾ ਖਹਿਰਾ ਪਿੰਡ ਦਾ ਲੰਬਰਦਾਰ ਸਰਦਾਰ ਮਹਿਤਾਬ ਸਿੰਘ ਭੰਗੂ ਸਾਹਿਬ ਜੀ ਦੇ ਪੁੱਤਰ ਦੀ ਜਾਨ ਬਚਾਉਂਦਾ ਹੋਇਆ ਸਮੇਤ ਸਾਥੀਆਂ ਕੁਰਬਾਨ ਹੋ ਗਿਆ। ਪਿੰਡ ਕੰਬੋਆਂ ਦੀ ਕੰਬੋਆਣੀ ਉਹ ਲੈ ਕੇ ਆਈ
ਉਸਨੇ ਟੋਕਰੇ ਦੇ ਵਿੱਚ ਪਾਇਆ, ਸਾਗ ਵੇਚ ਕੇ ਆ ਰਹੀ ਸੀ। ਰਾਏ ਸਿੰਘ ਨੂੰ ਜਿਹਦੇ 3 ਵਾਰ ਲੱਗੇ, ਗਲਾ ਕੱਟ ਕੇ ਘੰਡੀ ਰਹਾਈ। ਉਹ ਗਲਾ ਕੱਟਿਆ ਗਿਆ, ਸਾਹ ਰਗ ਬਚ ਗਈ ਤੇ ਉਸ ਨੂੰ ਉਹ ਬਚਾ ਕੇ ਰੁਟਾਲੇ ਪਿੰਡ, ਗਿਆਨੀ ਗਿਆਨ ਸਿੰਘ ਨੇ ਰੁਟਿਆਲੇ ਪਿੰਡ ਲਿਖਿਆ ਏ। ਬੋਲਣ ਵਿੱਚ ਤਬਦੀਲੀ ਆ ਸਕਦੀ ਹੈ। ਰੁਟਾਲੇ ਪਿੰਡ, ਉੱਥੇ ਉਹਨਾਂ ਦੀ ਤਾਈ ਕੋਲ ਪਹੁੰਚਾ ਦਿੱਤਾ ਗਿਆ ਤੇ ਉਦਾਸੀਨ ਮਹਾਂਪੁਰਸ਼ਾਂ ਦੇ 10 ਪਾਉਣ ਦੇ ਮੁਤਾਬਕ, ਉਦਾਸੀਨ ਸੰਪਰਦਾ ਦੇ ਖੋਜ ਮੁਤਾਬਕ, ਕਿ ਸਰਦਾਰ ਮਹਿਤਾਬ ਸਿੰਘ ਦੀ ਘਰਵਾਲੀ ਜਿਹੜੀ ਹੈ ਉਹ ਉਦਾਸੀਨ ਕਿਸੇ ਸਾਧੂ ਦੇ ਘਰ ਰਹੀ ਤੇ ਕੁਝ ਦਿਨ ਟਪਾ ਕੇ ਫਿਰ ਉਹ ਆਪਣੇ ਪਰਿਵਾਰ ਨੂੰ ਜਾ ਮਿਲੀ ਤੇ ਉਸ ਦੀ ਜਾਨ ਤਾਂ ਬਚ ਗਈ। ਤੇ ਇਸ ਪ੍ਰਸੰਗ ਦੇ ਵਿੱਚੋਂ ਮੈਂ ਬੇਨਤੀ ਕੀਤੀ ਸੀ ਕਿ ਜੇਕਰ ਸਾਨੂੰ ਉਸ ਦੀ ਪੱਗ ਦੀ ਇਤਿਹਾਸ ਦੀ ਜਾਣਕਾਰੀ ਹੋ ਗਈ ਹੈ ਤੇ ਉਸ ਦੇ ਵਿੱਚੋਂ ਸਿੱਖਿਆ ਲੈਣੀ ਚਾਹੀਦੀ ਹੈ। ਇਸ ਵਿਸ਼ੇ ਤੇ ਅੱਜ ਮੈਂ ਤੁਹਾਡੇ ਨਾਲ ਉਚੇਚੇ ਤੌਰ ਤੇ ਵਿਚਾਰ ਦੀ ਸਾਂਝ ਕਰਨੀ। ਫਿਰ ਇੱਕ ਸਿਫਾਰਿਸ਼ ਵੀ ਹੈ। ਮਾਤਾ ਜੀ ਨਾਰਾਜ਼ ਹੋਦੇ ਸਨ ਵੀ ਤੁਹਾਨੂੰ ਆਖਿਆ ਸੀ ਦੁਬਾਰਾ ਕਵਿਤਾ ਸੁਣਾ ਦਿਓ, ਸਮਾਂ ਨਹੀਂ ਮਿਲਿਆ। ਅੱਜ ਮੇਰਾ ਇਰਾਦਾ ਵੀ ਬਣ ਗਿਆ ਤੇ ਸਮਾਂ ਵੀ ਬਣ ਗਿਆ। ਸਮੇਂ ਦੇ ਨਾਲ ਹੀ ਸਾਡਾ ਇਰਾਦਾ ਬਣਦਾ ਹੈ ਕਿ ਗੱਲ ਇੱਥੇ ਪਹੁੰਚੀ ਹੈ। ਚੌਧਰੀ ਨੱਥਾ ਖੈਰਾ ਪੱਗ ਦੀ ਲਾਜ ਪਾਲਦਾ ਜਾਣ ਦੇ ਗਿਆ ਤੇ ਪੱਗ ਦੀ ਕੀਮਤ ਉਸਨੇ ਸਮਝ ਲਈ ਤੇ ਸਾਨੂੰ ਪੱਗ ਦੀ ਕੀਮਤ ਸਮਝ ਆਵੇ। ਪੱਗ ਹੁੰਦੀ ਕੀ ਚੀਜ਼ ਹੈ? ਮੇਰੇ ਸਤਿਗੁਰੂ ਜੀ ਨੇ ਆਖਿਆ ਸਾਬਤ ਸੂਰਤ ਦਸਤਾਰ ਸਿਰਾ, ਕਿ ਸਾਬਤ ਸੂਰਤ ਰਹਿਣਾ ਤੇ ਦਸਤਾਰ ਸਜਾਉਣੀ। ਤੇ ਦਸਤਾਰ ਕਿਉਂ ਸਜਾਉਣੀ ਹੈ? ਦਸਤਾਰ ਦਾ ਮਹੱਤਵ ਕੀ ਹੈ? ਮੈਂ ਇਹ ਵਿਸ਼ਾ ਤੁਹਾਡੇ ਨਾਲ ਅੱਜ ਸਾਂਝਾ ਕਰਨਾ ਚਾਹੁੰਦਾ ਹਾਂ। ਆਓ ਤੱਕੀਏ, ਦਾਸ ਦੀ ਕਲਮ ਤੋਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਇੱਕ ਪੱਗ ਸੰਬੰਧੀ, ਪੱਗ ਦੀ ਦਸਤਾਰੀ ਸੰਬੰਧੀ ਇੱਕ ਨੌਜਵਾਨਾਂ ਨੂੰ ਹੁਲਾਉਣਾ ਹੈ ਤੇ ਇਹਦੀ ਨਾਲ ਨਾਲ ਵਿਚਾਰ ਸਾਂਝੀ ਕਰਨ ਦਾ ਯਤਨ ਕਰਾਂਗਾ। ਸੁਣੀਏ, ਇਉਂ ਬੇਨਤੀ ਕੀਤੀ ਜਾਂਦੀ ਹੈ। ਭੁੱਲ ਗਿਆ ਉਪਦੇਸ਼ ਤੂੰ ਕਢਾਲ ਸਿੱਖਾ ਕੇਸ, ਭੁੱਲ ਗਿਆ ਉਪਦੇਸ਼ ਤੂੰ ਕਢਾਲ ਸਿੱਖਾ ਕੇਸ। ਪੱਗ ਛੱਡ ਕੇ ਸਜਾਉਣੀ ਸੋਹਣੀ ਸੀਸ ਤੇ, ਛੱਡ ਕੇ ਸਜਾਉਣੀ ਸੋਹਣੀ ਸੀਸ ਤੇ ਤੂੰ ਟੋਪੀਆਂ ਕਪਾਈ ਫਿਰਦਾ। ਤੈਨੂੰ ਦਿੱਤੀ ਸਰਦਾਰੀ ਬਾਜਾਂ ਵਾਲੇ ਨੇ ਤੂੰ ਕੇਸ ਕਟਾਈ ਫਿਰਦਾ। ਵੀਰਿਆ ਤੂੰ ਵਿਰਸਾ ਭੁਲਾਈ ਫਿਰਦਾ। ਸਿੱਖ ਤੋਂ ਪਿਆਰੀ ਰਹਿਤ ਗੁਰਾਂ ਨੂੰ ਸਿੱਖ ਨਾ ਪਿਆਰਾ ਜਾਣਿਆ। ਦਿੱਤੀ ਜੱਗ ਤੋਂ ਪਛਾਣ ਤੈਨੂੰ ਵੱਖਰੀ ਪੁੱਤਾਂ ਤੋਂ ਪਿਆਰਾ ਜਾਣਿਆ। ਸਿੱਖ ਤੋਂ ਪਿਆਰੀ ਰਹਿਤ ਗੁਰਾਂ ਨੂੰ ਸਿੱਖ ਨਾ ਪਿਆਰਾ ਜਾਣਿਆ। ਦਿੱਤੀ ਜੱਗ ਤੋਂ ਪਛਾਣ ਤੈਨੂੰ ਵੱਖਰੀ ਪੁੱਤਾਂ ਤੋਂ ਪਿਆਰਾ ਜਾਣਿਆ। ਉੱਡ ਅੰਮ੍ਰਿਤ ਵਾਲੇ ਛੱਡ ਬਾਟਿਓ, ਅੰਮ੍ਰਿਤ ਵਾਲੇ ਛੱਡ ਬਾਟਿਓ। ਕੁੱਟ ਕੁੱਟ ਲਾਈ ਫਿਰਦਾ। ਤੈਨੂੰ ਦਿੱਤੀ ਸਰਦਾਰੀ ਬਾਜਾਂ ਵਾਲੇ ਨੇ ਤੂੰ ਕੇਸ ਕਟਾਈ ਫਿਰਦਾ। ਵੀਰਿਆ ਤੂੰ ਵਿਰਸਾ ਭੁਲਾਈ ਫਿਰਦਾ। ਤੈਨੂੰ ਭੁੱਲ ਗਈ ਏ ਕੰਧ ਸਰਹੰਦ ਦੀ, ਨਿੱਕੇ ਲਾਲ ਜਿੱਥੇ ਖੜੇ ਨੇ। ਕਾਲੀ ਜਾਲ ਚਮਕੌਰ ਵਾਲੀ ਗੜੀ ਨੂੰ ਵੱਡੇ ਲਾਲ ਜਿੱਥੇ ਲੜੇ ਨੇ।
ਪੰਜਾਬੀ ਸਾਰੇ ਲਾਣੇ ਉਸ ਦੇ ਰੱਜ ਨਸ਼ਿਓ ਜਵਾਨੀ ਹੈ ਨਾ ਰੋਲਦੀ ਤੰਬਾਕੂ ਬੀੜੀ ਖਾਣੇ ਉਸ ਦੇ ਦੇਣਾ ਕੱਖ ਨਹੀਂ ਓ ਤੈਨੂੰ ਇਹਨਾਂ ਕਬਰਾਂ ਕੱਖ ਨਹੀਂ ਤੈਨੂੰ ਇਹਨਾਂ ਕਬਰਾਂ ਕੱਟਾ ਦੇ ਨਾਲ ਚੜਾਈ ਫਿਰਦਾ ਤੈਨੂੰ ਦਿੱਤੀ ਸਰਦਾਰੀ ਬਾਜਾਂ ਵਾਲੇ ਨੇ ਤੂੰ ਕੇਸ ਕਟਾਈ ਫਿਰਦਾ ਵੀਰਿਆ ਤੂੰ ਵੀਰ ਸਭ ਲਾਈ ਫਿਰਦਾ ਬਣ ਖਾਲਸਾ ਨਿਆਰਾ ਸਾਰੇ ਜੱਗ ਤੋਂ ਸਿੱਖਾ ਸਰਦਾਰੀ ਸਾਂਭ ਲੈ ਸਿੱਖਾ ਸਰਦਾਰੀ ਸਾਂਭ ਲੈ ਬਣ ਖਾਲਸਾ ਨਿਆਰਾ ਸਾਰੇ ਜੱਗ ਤੋਂ ਸਿੱਖਾ ਸਰਦਾਰੀ ਸਾਂਭ ਲੈ ਪੁੱਤ ਬਣ ਕੇ ਪਿਆਰਾ ਦਸ਼ਮੇਸ਼ ਦਾ ਜੋਰਾ ਹੈ ਪਿਆਰੀ ਸਾਂਭ ਲੈ ਬਣ ਖਾਲਸਾ ਨਿਆਰਾ ਸਾਰੇ ਜੱਗ ਤੋਂ ਸਿੱਖਾ ਸਰਦਾਰੀ ਸਾਂਭ ਲੈ ਪੁੱਤ ਬਣ ਕੇ ਪਿਆਰਾ ਦਸ਼ਮੇਸ਼ ਦਾ ਜੋਰਾ ਹੈ ਪਿਆਰੀ ਸਾਂਭ ਲੈ ਕੁਝ ਪਾਰਸ ਮਣੀ ਤੂੰ ਹੋਸ਼ ਕਰ ਲੈ ਪਾਰਸ ਮਣੀ ਤੂੰ ਹੋਸ਼ ਕਰ ਲੈ ਕਿਉਂ ਗਲਤ ਗਵਾਈ ਫਿਰਦਾ ਤੈਨੂੰ ਦਿੱਤੀ ਸਰਦਾਰੀ ਬਾਜਾਂ ਵਾਲੇ ਨੇ ਤੂੰ ਕੇਸ ਕਟਾਈ ਫਿਰਦਾ ਵੀਰਿਆ ਤੂੰ ਵੀਰ ਸਭ ਲਾਈ ਫਿਰਦਾ ਵੀਰਿਆ ਤੂੰ ਕੇਸ ਕਟਾਈ ਫਿਰਦਾ ਭੁੱਲ ਗਿਓ ਉਪਦੇਸ਼ ਤੂੰ ਕਟਾਲੇ ਸਿੱਖਾ ਕੇਸ। ਆਓ ਇਸ ਮਜਬੂਨ ਤੇ ਮੈਂ ਗੱਲ ਕਰਨੀ ਚਾਹੁੰਦਾ ਹਾਂ ਦਸਤਾਰ ਤੇ। ਅਸੀਂ ਰੋਜ਼ਾਨਾ ਅਰਦਾਸ ਦੇ ਵਿੱਚ ਇੱਕ ਮੰਗ ਕਰਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ, ਫਿਰ ਆਖਦੇ ਹਾਂ ਰਹਿਤ ਦਾਨ। ਰਹਿਤ ਦਾ ਵੀ ਦਾਨ ਮੰਗਦੇ ਹਾਂ, ਕੇਸਾਂ ਦਾ ਵੀ ਦਾਨ ਮੰਗਦੇ ਹਾਂ। ਤੇ ਮੈਂ ਬੇਨਤੀ ਸ਼ਾਇਦ ਕਰ ਚੁੱਕਿਆ ਹਾਂ, ਜਿਹੜੀ ਚੀਜ਼ ਦੇ ਉੱਪਰ ਤੁਸੀਂ ਆਪਣਾ ਹੱਕ ਜਤਾਉਣਾ ਚਾਹੁੰਦੇ ਹੋ, ਉਹਦੇ ਮਾਲਕ ਬਣਨਾ ਚਾਹੁੰਦੇ ਹੋ, ਚੀਜ਼ ਦਾਨ ਵਿੱਚ ਪ੍ਰਾਪਤ ਕਰ ਲਵੋ ਜਾਂ ਖਰੀਦ ਲਵੋ। ਜਿਹੜੀ ਚੀਜ਼ ਖਰੀਦੀ ਨਹੀਂ ਜਾ ਸਕਦੀ ਉਹ ਮੰਗ ਕੇ ਦਾਨ ਵਿੱਚ ਲਈ ਜਾ ਸਕਦੀ ਹੈ, ਜੇਕਰ ਡਾਢਾ, ਜੇਕਰ ਦਾਤਾ ਦੇ ਦੇਵੇ। ਜੇਕਰ ਦਾਨ ਦਾ ਇਹ ਸਬਜੈਕਟ ਸਮਝ ਨਾ ਆਵੇ, ਕਦੇ ਕੋਈ ਦਾਨ ਕੀਤੀ ਹੋਈ ਚੀਜ਼ ਦੇ ਉੱਪਰ ਅਧਿਕਾਰ ਰੱਖ ਕੇ ਉਹਨੂੰ ਵਾਪਸ ਨਹੀਂ ਮੰਗ ਸਕਦਾ। ਫਰਜ਼ ਕੀਤਾ ਜਾਏ, ਜੇ ਕੋਈ ਕਿਸੇ ਤੋਂ ਗੱਡੀ ਮੰਗ ਕੇ ਲੈ ਜਾਂਦਾ ਹੈ ਵੀ ਮੈਂ ਕੰਮ ਜਾਣਾ, ਮੈਨੂੰ ਦਿਹਾੜੀ 10 ਦਿਨ ਵਾਸਤੇ ਤੇਰੀ ਗੱਡੀ ਚਾਹੀਦੀ ਹੈ ਤੇ ਮੈਨੂੰ ਦੇ ਦੇ, ਮੈਂ ਕੰਮ ਕਰਕੇ ਮੋੜ ਦਿਆਂਗਾ, ਤੇ ਉਹ ਆਪਣਾ ਕੰਮ ਕਰਕੇ ਗੱਡੀ ਦਾ ਮਾਲਕ ਵਾਪਸ ਮੰਗਦਾ ਹੈ ਤੇ ਉਸ ਦੀ ਗੱਡੀ ਵਾਪਸ ਦੇਣੀ ਪਵੇਗੀ। ਜੇਕਰ ਨਹੀਂ ਮੋੜਾਂਗੇ ਤੇ ਲੜਾਈ ਝਗੜਾ ਖੜਾ ਹੋ ਜਾਵੇਗਾ, ਮੋੜਨੀ ਤਾਂ ਪਵੇਗੀ। ਉਹਦੇ ਉੱਪਰ ਬੰਦਾ ਅਧਿਕਾਰ ਨਹੀਂ ਜਮਾ ਸਕਦਾ। ਤੇ ਜਿਹੜੀ ਗੱਡੀ ਦਾ ਮਾਲਕ ਗੱਡੀ ਕਿਸੇ ਨੂੰ ਦਾਨ ਕਰ ਦੇਵੇ ਨਾ, ਤੇ ਜਿੰਨੇ ਦਾਨ ਵਿੱਚ ਲੈ ਲਈ ਆ, ਭਾਵੇਂ ਕਿਸੇ ਸਾਧ ਨੇ, ਸੰਤ ਨੇ ਲੈ ਲਈ, ਪਖੰਡੀ ਨੇ ਲੈ ਲਈ, ਤੇ ਭਾਵੇਂ ਚੰਗੇ ਨੇ ਲੈ ਲਈ, ਚਾਹੇ ਉਹ ਕੋਈ ਗੁਰੂ ਘਰ ਵਿਖੇ ਗੱਡੀ ਦਾਨ ਕਰ ਦਿੱਤੀ ਹੈ, ਜਦੋਂ ਚਾਬੀ ਦੇ ਕੇ ਅਰਦਾਸ ਕਰ ਦਿੱਤੀ ਨਾ, ਤੇ ਉਹਦੇ ਉੱਪਰ ਅਧਿਕਾਰ ਕੋਈ ਨਹੀਂ ਰਹਿੰਦਾ, ਉਹ ਦਾਨ ਹੋ ਗਈ। ਤੇ ਜਿੰਨੇ ਦਾਨ ਵਿੱਚ ਲੈ ਲਈ ਉਹ ਉਸ ਦਾ ਮਾਲਕ ਬਣ ਜਾਂਦਾ। ਤੇ ਜੇਕਰ ਦੇਣ ਵਾਲੇ ਨੇ ਦੁਬਾਰਾ ਵਾਪਸ ਲੈਣੀ ਹੈ ਤਾਂ ਉਸ ਦੀ ਉਹਦੀ ਕੀਮਤ ਦੇਣੀ ਪਵੇਗੀ, ਜਿੰਨੇ ਦੀ ਅਗਲੀ ਚੀਜ਼ ਉਹ ਵੇਚਣਾ ਚਾਹਵੇ। ਮੁੱਖ ਦੀ ਗੱਲ ਮੈਂ ਕਹਿਣਾ ਚਾਹੁੰਦਾ ਸਾਂ, ਜਿਹੜੀ ਚੀਜ਼ ਅਸੀਂ ਦਾਨ ਵਿੱਚ ਪ੍ਰਾਪਤ ਕਰ ਲੈਨੇ ਉਹਦੀ ਮਲਕੀਅਤ, ਉਹਦੇ ਮਾਲਕ ਬਣ ਜਾਂਦੇ, ਉਹ ਸਾਡੀ ਆਪਣੀ ਹੋ ਜਾਂਦੀ। ਸਿੱਖ ਰੋਜ਼ਾਨਾ ਅਰਦਾਸ ਕਰਦਾ ਹੈ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਇਹ ਉਹਦੀ ਸਭ ਤੋਂ ਵੱਡੀ ਮੰਗ ਹੈ।
ਮੇਰਾ ਖਿਆਲ ਹੈ ਕਿ ਅਸੀਂ ਉਸ ਨੂੰ ਕਦੇ ਕੋਈ ਸਿਆਣਾ ਨਹੀਂ ਕਵਾਂਗੇ। ਮੰਨ ਲਓ ਕਿ ਇੱਥੇ ਕੋਈ ਆ ਰਿਹਾ ਹੈ, ਬਾਬਾ ਜੀ ਮੈਨੂੰ ਪ੍ਰਸ਼ਾਦ ਦੇ ਦਿਓ, ਨਹੀਂ ਦਿੱਤਾ, ਚਲਾ ਗਿਆ। ਫਿਰ ਉਸਨੇ ਮੰਗੀ, ਬਾਬਾ ਜੀ ਮੈਨੂੰ ਪ੍ਰਸ਼ਾਦ ਦੇ ਦਿਓ, ਨਹੀਂ ਦਿੱਤਾ। ਅਖੀਰ ਇੱਕ ਦਿਨ ਜੇ ਉਹਦਾ ਭੁੱਖ ਭਾਰੀ ਦਿੱਤਾ ਵੀ ਲੈ ਪ੍ਰਸ਼ਾਦ, ਤੇ ਬਾਹਰ ਜਾ ਕੇ ਉਹ ਸੁੱਟ ਦੇਵੇ, ਤੇ ਉਸ ਨੂੰ ਕੀ ਕਹਾਂਗੇ? ਉਹਨੂੰ ਸਿਆਣਾ ਨਹੀਂ ਆਖਿਆ ਜਾਏਗਾ। ਇੱਥੇ ਆ ਕੇ ਮੰਗਦੇ ਆ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਜਿਹੜੀ ਦਾਨ ਵਿੱਚ ਅਸੀਂ ਚੀਜ਼ ਮੰਗਦੇ ਆ, ਸਾਡੀ ਅਰਦਾਸ ਵਿੱਚ ਸ਼ਾਮਲ ਹੈ, ਉਸ ਨੂੰ ਅਸੀਂ ਸੰਭਾਲਦੇ ਨੇ। ਵਿਦਵਾਨਾਂ ਦਾ ਕਥਨ ਹੈ ਕਿ ਜਿੰਨੀ ਛੇਤੀ ਟੁੱਟਦੀ ਹੈ ਓਨੀ ਛੇਤੀ ਗੰਢੀ ਨਹੀਂ ਜਾਂਦੀ। ਤੋੜਨੀ ਬੜੀ ਸੌਖੀ ਹੈ, ਜੋੜਨੀ ਬਹੁਤ ਔਖੀ ਹੈ। ਜੋ ਸੰਤ ਸਰਾਪਿਆ ਸੇ ਫਿਰਿਆ ਭੁਵੰਦੇ, ਪੇੜ ਮੁੰਡਾਹੂ ਕੱਟਿਆ ਤਿਸ ਡਾਲ ਸੁਕੰਦੇ। ਜਿਹੜੇ ਰੁੱਖ ਦੀ ਜੜ ਕੱਟੀ ਜਾਏ, ਜੜ ਵੀ ਹੋਣਾ, ਰੁੱਖ ਕਿੰਨਾ ਕੁ ਚਿਰ ਰਹਿ ਸਕਦਾ, ਕਿੰਨਾ ਕੁ ਚਿਰ ਟਿਕ ਸਕਦਾ ਹੈ, ਕਿੰਨਾ ਚਿਰ ਉਹਦੀ ਆਪਾਂ ਉਮੀਦ ਰੱਖ ਸਕਦੇ ਹਾਂ, ਜਾਂ ਉਹ ਬੁਨਿਆਦ ਰੱਖ ਸਮਝ ਸਕਦੇ ਹਾਂ, ਜਾਂ ਉਹ ਹਰਿਆ ਕਿੰਨਾ ਸਮਾਂ ਰਹਿ ਸਕਦਾ, ਉਹਦੀ ਬੁਨਿਆਦ ਬੜੀ ਥੋੜੀ, ਜ਼ਿੰਦਗੀ ਬੜੀ ਥੋੜੀ, ਕਿਉਂਕਿ ਜੜ ਤੋਂ ਟੁੱਟ ਗਿਆ। ਜੜ ਵੀ ਹੋਣਾ, ਦਰਖਤ ਜਿਸ ਤਰੀਕੇ ਨਾਲ ਆਬਾਦ ਨਹੀਂ ਰਹਿ ਸਕਦਾ, ਉਸ ਤਰੀਕੇ ਨਾਲ ਸਾਡੀ ਜੜ ਹੈ। ਸਾਡੀ ਪਹਿਚਾਨ, ਸਾਡੀ ਦਸਤਾਰ ਤੇ ਸਾਡੇ ਮੁਬਾਰਕ ਸਿਰ ਤੇ ਕੇਸ ਤੇ ਮੁਬਾਰਕ ਮੂੰਹ ਤੇ ਦਾੜਾ, ਇਹ ਸਾਡੀ ਪਹਿਲੀ ਤੇ ਬਹੁਤ ਵੱਡੀ ਪਹਿਚਾਨ ਹੈ। ਮੇਰੇ ਸਤਿਗੁਰੂ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ, ਸਿੱਖਾ ਇਹ ਤੂੰ ਆਪਦੇ ਕੇਸ ਨਾ ਸਮਝ ਲਵੀਂ, ਇਹਨੂੰ ਮੇਰੀ ਮੋਹਰ ਸਮਝ ਲਵੀਂ। ਕੇਸ ਗੁਰੂ ਕੀ ਮੋਹਰ ਨੇ, ਔਰ ਕੇਸਾਂ ਦੇ ਬਦਲੇ ਬੜੀਆਂ ਬੜੀਆਂ ਜਾਨਾਂ ਕੁਰਬਾਨ ਹੋ ਗਈਆਂ। ਅੱਜ ਜਿਸ ਤਰੀਕੇ ਦੇ ਨਾਲ, ਜਿੰਨੀ ਜਲਦੀ ਦੇ ਨਾਲ, ਜਿੰਨੀ ਬਹੁ ਗਿਣਤੀ ਤੇ ਤੇਜ਼ੀ ਦੇ ਨਾਲ ਅਸੀਂ ਦਸਤਾਰ ਉਤਾਰ ਕੇ ਟੋਪੀਆਂ ਪਹਿਨਣਾ ਸ਼ੁਰੂ ਕਰ ਗਏ ਨਾ, ਇਹਦਾ ਪ੍ਰਚਾਰ ਵੀ ਉਹਨਾਂ ਹੋ ਰਿਹਾ। ਇਸ ਦੇ ਬਾਰੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੀ ਸ਼ਹਾਦਤ ਤੁਹਾਡੇ ਨਾਲ ਸਾਂਝੀ ਕਰਕੇ ਗਿਆ। ਉਹਨਾਂ ਨੇ ਸ਼ਹਾਦਤ ਕਿਉਂ ਦਿੱਤੀ? ਕਿਉਂਕਿ 4 ਛਪੇਰੇ ਢੰਡੋਰਾ ਪਿੱਟਿਆ ਜਾ ਚੁੱਕਿਆ ਸੀ, ਢੋਲ ਵੱਜ ਗਿਆ ਸੀ, ਸਿੱਖ ਨਾਂ ਦੀ ਕੌਮ ਅਸੀਂ ਖਤਮ ਕਰ ਦਿੱਤੀ ਹੈ, ਕੋਈ ਸਿੱਖ ਰਿਹਾ ਨਹੀਂ। ਖਤਮ ਹੋ ਜਾਣ ਦੇ ਨਾਲੋਂ ਖਤਮ ਹੋ ਜਾਣ ਦਾ ਪ੍ਰਚਾਰ ਬਹੁਤ ਮਾੜੀ ਚੀਜ਼ ਹੋਇਆ ਕਰਦਾ। ਖਤਮ ਹੋਣਾ ਇੰਨਾ ਖਤਰਾ ਨਹੀਂ ਸੀ ਜਿੰਨਾ ਖਤਰਾ ਖਤਮ ਹੋ ਜਾਣ ਦੇ ਪ੍ਰਚਾਰ ਦਾ ਸੀ। ਉਹਨਾਂ ਨੇ ਇਸ ਪ੍ਰਚਾਰ ਨੂੰ ਦੁਰਕਾਰਨ ਵਾਸਤੇ ਆਪ ਸਾਹਮਣੇ ਆ ਗਏ, ਤੇ ਉਹਨਾਂ ਨੇ ਸ਼ਹਾਦਤ ਦਾ ਜਾਮ ਇਸ ਕਰਕੇ ਪੀਤਾ, ਦੱਸ ਸਕੀਏ ਅਸੀਂ ਜਿਉਂਦੇ ਹਾਂ, ਮਰੇ ਨਹੀਂ, ਖਤਮ ਨਹੀਂ ਹੋਏ, ਸਾਡੀ ਹੋਂਦ ਅਜੇ ਬਰਕਰਾਰ ਹੈ। ਇੱਕ ਅਦੀਬ ਦੀਆਂ ਮੈਨੂੰ 4 ਲਾਈਨਾਂ ਤੁਹਾਡੇ ਨਾਲ ਸਾਂਝਾ ਕਰਨ ਦਾ ਦਿਲ ਕੀਤਾ ਹੈ। ਉਹ ਕਹਿੰਦਾ ਹੈ, ਜੋ ਬਾਤ ਮੁਨਾਸਿਬ ਹੈ ਉਸੇ ਹਾसिल नहीं करते, जो अपनी गिरह में है सो उसे खो भी रहे हैं। बेइल्म भी हम लोग हैं, गफलत भी है तारी, अफसोस के अंधे भी हैं और सो भी रहे हैं। एक ते अन्ने दूजा ओं सुते, ते किवें अपनी कौम दी गल कर सकांगे, किवें कौम दी चढ़दी कला दा संकेत दे सकां। एक ते खत्म हो रहे, दूसरी उहदी चिंता भी कोई नहीं। ਸਭ ਤੋਂ ਵੱਡਾ ਕੇਸਾਂ ਦਾ ਨਿਰਾਦਰ ਤੇ ਨੁਕਸਾਨ ਉਦੋਂ ਕੀਤਾ ਜਾ ਰਿਹਾ ਹੈ, ਬੜਾ ਸੌਖਾ ਹੈ। ਕਿਸੇ ਨੇ ਪੱਗ ਤਾਂ ਸਿਰ ਤੇ ਰੱਖ ਲਈ ਪਰ ਦਾੜੀ ਕਟਾ ਦਿੱਤੀ, ਬੜਾ ਸੋਹਣਾ ਸੌਖੇ ਜਿਹੇ ਤਰੀਕੇ ਨਾਲ ਨਿਰਾਦਰ। ਜੇ ਕੋਈ ਮੂੰਹ ਤੇ ਦਾੜੀ ਆਉਣ ਲੱਗੀ ਹੈ ਤੇ ਉਸ ਨੇ ਪਿੱਛੇ ਆ ਦਿੱਲੀ ਦੇ ਵਿੱਚ ਤੁਹਾਨੂੰ ਬੀਬੀਆਂ ਵਾਂਗੂ ਪਿੱਛੇ ਗੁੱਤ ਕੀਤੀ, ਜੂੜੇ ਕੀਤੇ, ਸੈਂਕੜੇ ਮੁੰਡੇ ਮਿਲ ਜਾਣਗੇ ਕਿ ਦਿੱਲੀ 'ਚ ਰਿਵਾਜ ਹੀ ਤੁਰ ਪਿਆ, ਟੋਪੀ ਪਾਉਣੀ ਰਿਵਾਜ ਤੁਰ ਪਿਆ। ਮੇਰਾ ਕੰਮ ਕੇਵਲ ਇੰਨਾ ਕੀ ਹੈ, ਸੁਚੇਤ ਕਰਨਾ, ਨਗਾਰਾ ਵਜਾਉਣਾ। ਸਿੱਖਾ ਤੇਰਾ ਘਰ ਲੁੱਟਦਾ ਜਾ ਰਿਹਾ ਹੈ, ਤੂੰ ਘਟਦਾ ਜਾ ਰਿਹਾ, ਨਿਗਰਦਾ ਜਾ ਰਿਹਾ। ਆਪਣੇ ਆਪ ਨੂੰ ਸੰਭਾਲ, ਆਪਣੇ ਵਿਰਸੇ ਦੀ ਸੰਭਾਲ ਕਰ, ਕਿਉਂਕਿ ਹਰ ਇੱਕ ਬੰਦੇ ਦੀ ਪਹਿਚਾਣ ਉਹਦਾ ਪਹਿਰਾਵਾ ਹੋਇਆ ਕਰਦਾ ਹੈ। ਤੇ ਮੇਰੇ ਸਾਹਿਬ ਆਖਦੇ ਨੇ, ਹਿੰਦੂ ਕਹਿ ਕਰ ਹਿੰਦੂ ਆਵੇ, ਸੂਤ ਜਨੇਊ ਪੜ ਗਲ ਪਾਵੇ। ਉਹਦਾ ਪਹਿਰਾਵਾ ਵੀ ਦੱਸਦੇ ਨੇ, ਗਲ ਮਾਲਾ ਤਿਲਕ ਲਲਾਟਿੰਗ ਦੋ ਧੋਤੀ ਬਸਤਰ ਕਪਾਟਿੰਗ। ਉਹ ਇਸ ਤਰੀਕੇ ਦੇ ਪਹਿਨਦਾ ਹੈ। ਉਹ ਹੈ ਤਗ ਕਪਾਹੋ ਕਤੀਏ ਬਾਹਮਣ ਵਟੇ ਆਏ। ਤੇ ਜਿਹੜੀ ਸਾਡੀ ਪਹਿਚਾਨ, ਸਾਡੀ ਨਿਗਰਤੇ ਦੀ ਨਿਸ਼ਾਨੀ ਹੈ, ਉਹ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਸਾਡੀਆਂ ਨਿਸ਼ਾਨੀਆਂ, ਸਾਡੇ ਬਰਬਾਦ ਹੋਣ ਦੀਆਂ। ਮਲੇਸ਼ ਭਾਖਿਆ ਗਈ, ਜਿਨ੍ਹਾਂ ਦੀ ਬੋਲੀ ਜਾਂਦੀ ਰਹੀ, ਜਿਨ੍ਹਾਂ ਦਾ ਪਹਿਰਾਵਾ ਜਾਂਦਾ ਰਿਹਾ, ਜਿਨ੍ਹਾਂ ਦੀ ਆਪਣੀ ਸੱਭਿਅਤਾ ਜਾਂਦੀ ਰਹੀ, ਤੇ ਧਰਮ ਪਿੱਛੇ ਕਿੱਥੇ ਰਹਿ ਗਿਆ? ਜਿਹਨੇ ਆਪਣੇ ਸਭ ਤੋਂ ਵੱਡਾ ਪਹਿਲਾ ਕਰਮ ਹੈ ਆਪਣੇ ਗੁਰੂ ਦੇ ਹੁਕਮ ਨੂੰ ਛਿੱਕੇ ਤੇ ਟੰਗ ਕੇ ਤੁਰਨਾ, ਤੇ ਫਿਰ ਗੁਰੂ ਤੋਂ ਬੇਮੁਖ ਹੋ ਜਾਂਦੇ। ਤੇ ਜਿਹੜਾ ਗੁਰੂ ਤੋਂ ਬੇਮੁਖ ਹੈ ਉਹਦੀ ਟੁੱਟ ਗਈ। ਤੇ ਬਾਬਾ ਫਰੀਦ ਦਾ ਬਚਨ ਮੈਨੂੰ ਯਾਦ ਆ ਗਿਆ, ਸਾਂਝਾ ਕਰਦੇ ਹਾਂ।
ਬਾਬਾ ਫਰੀਦ ਕਹਿੰਦੇ ਨੇ ਗੰਢੰਦੀਆਂ 6 ਮਾਹ ਤੁੜੰਦਿਆਂ ਇੱਕ ਖਿਨੋ। ਕੇਸ ਰੱਖਣ ਲੱਗਿਆ ਟਾਈਮ ਲੱਗਦਾ, ਇਹਨਾਂ ਨੂੰ ਆਉਂਦਿਆਂ ਟਾਈਮ ਲੱਗਦਾ ਹੈ, ਇਹਨਾਂ ਨੂੰ ਸੇਵਾ ਸੰਭਾਲ ਕਰਦਿਆਂ ਟਾਈਮ ਲੱਗਦਾ ਹੈ, ਪਰ ਇਹਨਾਂ ਨੂੰ ਗਵਾਉਣ ਲੱਗਿਆ ਟਾਈਮ ਨਹੀਂ ਲੱਗਦਾ। ਇਹਨਾਂ ਨੂੰ ਰੱਖਣ ਲੱਗਿਆ, ਇਹਨਾਂ ਦੀ ਪਰਵਰਿਸ਼ ਕਰਨ ਲੱਗਿਆ। ਬਹੁਤੀਆਂ ਬੀਬੀਆਂ ਨੂੰ ਲੰਬੇ ਵਾਲਾਂ ਦਾ ਨਾ ਸ਼ੌਂਕ ਹੋਇਆ ਕਰਦਾ, ਤੇ ਕਿੰਨੀਆਂ ਦਵਾਈਆਂ ਕਿੰਨੇ ਤੇਲ ਆਉਂਦੇ ਗਿਆਨੀ ਜੀ ਵੀ ਇਹਨਾਂ ਦੇ ਵੀ ਆ ਖੂਬਸੂਰਤੀ ਦਾ ਰਾਜ ਲੰਮੇ ਤੇਲ ਹੈ, ਕੋਈ ਆਮਲੇ ਵਾਲਾ ਤੇਲ, ਕੋਈ ਜਿਹੜਾ ਆਉਂਦੇ ਆ ਨਾ ਵੀ ਇਹਨਾਂ ਦੇ ਨਾਲ ਕੇਸ ਲੰਬੇ ਹੁੰਦੇ ਨੇ, ਤੇ ਕਟਾਉਣੇ ਬੜੇ ਸੌਖੇ ਨੇ, ਵਧਾਉਣੇ ਬਹੁਤ ਔਖੇ। ਇਹਦਾ ਅਸੀਂ ਦਾਨ ਮੰਗਦੇ ਹਾਂ। ਮੈਂ ਇਹ ਆਪਣੀਆਂ ਸਾਰੀਆਂ ਸਟੇਜਾਂ ਤੇ ਇਹਦਾ ਪ੍ਰਚਾਰ ਕਰਨਾ ਇਸ ਕਰਕੇ ਸ਼ੁਰੂ ਕੀਤਾ ਹੈ, ਸਾਡੀ ਪਹਿਚਾਨ ਖਤਮ। ਕੈਨੇਡਾ ਦੀ ਗੱਲ ਕਰ ਰਿਹਾ, ਪੁੱਛਿਓ ਨਾ, ਮੈਂ ਆਪਣੀ ਪੱਗ ਬਚਾ ਕੇ ਜਾਣਾ, ਸ਼ਾਇਦ ਜੇ 4 ਮਹੀਨੇ ਹੋਰ ਤੁਹਾਡੀ ਸੇਵਾ ਕੱਢ ਗਿਆ ਇਹ ਸਿਰ ਤੇ ਜਿਉਂਦੀ ਤਿਉਂ ਲੈ ਜਾ, ਕਿਉਂਕਿ ਕਈਆਂ ਨੂੰ ਇਹ ਗੱਲਾਂ ਦੀ ਤਕਲੀਫ ਬਹੁਤ ਜ਼ਿਆਦਾ ਹੁੰਦੀ ਹੈ। ਤੇ ਜੇ ਤਕਲੀਫ ਹੁੰਦੀ ਹੈ ਨਾ ਤਾਂ ਵੀ ਮੈਨੂੰ ਬੁੱਲੇ ਸ਼ਾਹ ਦਾ ਬਚਨ ਯਾਦ ਆ ਗਿਆ। ਉਹ ਕਹਿੰਦਾ ਸੱਚ ਆਖਾਂ ਤੇ ਭਾਂਬੜ ਮੱਚਦਾ ਏ, ਝੂਠ ਬੋਲਾਂ ਤੇ ਕੁਝ ਬਚਦਾ ਏ, ਜੀ ਦੋਵੇਂ ਗੱਲਾਂ ਤੋਂ ਜੱਚਦਾ ਏ, ਜੱਚ ਕੇ ਜੀਬਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਹੈ ਉਹ ਗੁਰਦੁਆਰੇ ਦੇ ਵਿੱਚ ਪ੍ਰਬੰਧਕ ਕਮੇਟੀ ਦੇ ਵਿੱਚ ਸਰਮੌਰ ਬੰਦਾ, ਘਰੇ ਪ੍ਰਸ਼ਾਦਾ ਛਕਾਉਣ ਸਾਨੂੰ ਲੈ ਗਿਆ ਏ, ਦਾਵਾ ਇਸ ਤੇ ਕਰ ਰਿਹਾ ਏ, ਜਿਰਿਆ ਇਸ ਤੇ ਕਰਿਆ, 1 ਘੰਟਾ ਬਹਿ ਚਲੀ ਵੀ ਕੇਸ ਰੱਖਣ ਦਾ ਕੀ ਫਾਇਦਾ ਹੈ। ਫਿਰ ਜਿਹੜੇ ਨਾਲ ਇੱਕ ਸਾਡੇ ਨਾਲ ਗਿਆਨੀ ਜੀ ਸਿਆਣੇ ਕਹਿੰਦੇ ਜੀ ਤੁਸੀਂ ਜਿੰਨਾ ਮਰਜ਼ੀ ਤਰਕ ਕਰ ਲਓ, ਮੈਂ ਇੱਕ ਗੱਲ ਜਾਣਦਾ ਹੈ, ਉਹ ਤਾਰੂ ਸਿੰਘ ਦਾ ਸਿਰ ਵੱਢਿਆ ਜਾ ਸਕਦਾ ਹੈ, ਖੋਪਰੀ ਲੈ ਸਕਦੀ, ਪਰ ਕੇਸ ਨਹੀਂ ਕੱਟੇ ਜਾ ਸਕਦੇ। ਮੈਂ ਤਰਕ ਤੇ ਆਉਂਦਾ ਹੀ ਨਹੀਂ। ਹੱਦ ਹੋ ਗਈ। ਗੁਰੂ ਘਰਾਂ ਦੇ ਪ੍ਰਬੰਧਕ ਵੀ ਐਸੇ ਵੇਖ ਲਏ ਨੇ। ਖੈਰ ਪ੍ਰਚਾਰਕਾਂ ਦੀ ਤੇ ਜਲਾਲਤ ਰੋਜ਼ ਹੀ ਹੁੰਦੀ ਹੈ, ਰੋਜ਼ ਹੀ ਜਲੀਲ ਹੁੰਦੇ ਆ, ਉਹ ਖੈਰ ਵੱਖਰੀ ਗੱਲ ਹੈ। ਪਰ ਜੇਕਰ ਗੁਰੂ ਕੀ ਸੰਗਤ ਇਸ ਸੱਚ ਨੂੰ ਪ੍ਰਵਾਨ ਕਰ ਜਾਏ ਕਿ ਜੇ ਦਸਤਾਰਾਂ ਦੀ ਗਿਣਤੀ ਘਟ ਗਈ, ਟੋਪੀਆਂ ਦੀ ਗਿਣਤੀ ਵੱਧ ਗਈ, ਤੇ ਸਾਡੀ ਪਹਿਚਾਨ ਖਤਮ ਹੋ ਜਾਏਗੀ। ਅਸੀਂ ਆਪਣੀ ਪਹਿਚਾਨ ਹੀ ਗਵਾ ਬੈਠੇ ਤਾਂ ਕਿਵੇਂ ਆਖਾਂਗੇ ਅਸੀਂ ਕੌਣ ਹੁੰਦੇ ਆ। ਉਹਨਾਂ ਨੂੰ ਐਗਜ਼ਾਮਪਲ ਦਿੱਤੀ, ਜੇਕਰ ਆਹ ਰੰਗ ਹੈ ਤੁਹਾਡੇ ਕਾਰੋਬਾਰ ਦਾ, ਆਹ ਤੁਹਾਡਾ ਲੋਗੋ ਹੈ, ਇਹਦੇ ਵਿੱਚ ਆਹ ਚੀਜ਼ ਕੱਢ ਕੇ ਆਹ ਪਾ ਦਈਏ, ਪਛਾਣ ਰਹੇਗੀ। ਕਹਿੰਦੇ ਨਹੀਂ ਖਤਮ ਹੋ ਜਾਏਗੀ। ਤੇ ਮੈਂ ਕਿਹਾ ਬਸ ਗੱਲ ਇਹ ਨਹੀਂ ਕਿ ਜੇ ਸਾਡੀ ਦਸਤਾਰ ਜਾਂਦੀ ਰਹੀ, ਮੂੰਹ ਤੋਂ ਦਾੜੀ ਜਾਂਦੀ ਰਹੀ, ਤੇ ਅਸੀਂ ਰਹਿ ਕੀ ਗਏ? ਫੇਰ ਤੇ ਦਬੜੂ ਘੁਸੜੂ 84 ਦਾ ਖਾਜਾ ਹੀ ਹੈ ਨਾ। ਮੈਂ ਚਾਹੁੰਦਾ ਸਾਂ ਜਿਹੜੀ ਕਵਿਤਾ ਹੁਕਮ ਹੋਇਆ ਸੀ ਦੁਬਾਰਾ ਸ਼ਨੀਵਾਰ ਲਾਈ ਸੀ ਉਹ ਦੁਹਰਾਉਣ ਦਾ, ਉਹਦੇ ਵਾਸਤੇ ਸਮਾਂ ਬਿਲਕੁਲ ਥੋੜਾ ਬਚਿਆ। ਹੁਣ ਮੈਂ ਕਵਿਤਾ ਸਾਂਝੀ ਕਰਦਿਆਂ, ਇਹਦੀ ਕਵਿਤਾ ਦਾ ਮੂਲ ਇਹ ਆ, ਮੈਂ ਜਿੰਨਾ ਕੋ ਸੰਗਤ ਨਾਲ ਗੱਲਾਂ ਸਾਂਝੀਆਂ ਕੀਤੀਆਂ, ਮੇਰੀ ਗੱਲ ਨਹੀਂ ਕਿਸੇ ਨੌਜਵਾਨ ਨੇ ਸੁਣੀ, ਨਹੀਂ ਕਿਸੇ ਤੱਕ ਕੰਨਾਂ ਤੇ ਕੀ ਕਹਿੰਦੇ ਨੇ ਜੂੰ ਸਰਕੀ, ਕਿ ਸ਼ਾਇਦ ਅਸੀਂ ਆਪਣੇ ਵਿਰਸੇ ਨੂੰ ਪਛਾਣ ਲਈਏ, ਸ਼ਾਇਦ ਅਸੀਂ ਗੁਰੂ ਗੋਬਿੰਦ ਸਿੰਘ ਦੇ ਹੁਕਮ ਨੂੰ ਮੰਨ ਲਈਏ, ਸ਼ਾਇਦ ਅਸੀਂ ਰਹਿਤ ਨੂੰ ਸਮਝ ਕੇ ਗੁਰੂ ਵਾਲੇ ਬਣ ਸਕੀਏ। ਫਿਰ ਮੈਂ ਗੁਰੂ ਗੋਬਿੰਦ ਸਿੰਘ ਕੋਲ ਸ਼ਿਕਾਇਤ ਹੀ ਦਰਜ ਕਰਵਾ ਦਿੱਤੀ। ਗੁਰੂ ਕਲਗੀਧਰ ਪਾਤਸ਼ਾਹ ਜੀ ਸਾਬੋ ਕੀ ਤਲਵੰਡੀ ਬੈਠੇ ਨੇ, ਤੇ ਮੈਂ ਫਿਰ ਆਖਿਆ ਪਾਤਸ਼ਾਹ ਮੈਂ ਲਿਖ ਕੇ ਤੈਨੂੰ ਇੱਕ ਸ਼ਿਕਾਇਤ ਕਰਦਾ। ਇਹਨਾਂ ਨੇ ਮੇਰੀ ਸੁਣੀ। ਜੇਕਰ ਕਿਸੇ ਨੂੰ ਡਰ ਭੈ ਹੁੰਦਾ ਨਾ, ਮੈਂ ਇਹਨੂੰ ਤੰਗ ਨਾ ਕਰਾਂ, ਮੇਰੀ ਕਿਤੇ ਸ਼ਿਕਾਇਤ ਕਰ ਦੇਵੇਗਾ। ਤੇ ਜਿਹਦੇ ਦਿਲ 'ਚ ਡਰ ਹੈ ਨਾ, ਜਿਹਦੇ ਕੋਲ ਸ਼ਿਕਾਇਤ ਕੀਤੀ ਆ, ਫਿਰ ਉਹ ਅਵੱਗਿਆ ਨਹੀਂ ਕਰਦਾ। ਤੇ ਜਿਹਦਾ ਡਰ ਲੱਥਾ ਤਾਂ ਫਿਰ ਕਿੱਲੇ ਨਾਲੋਂ ਸੰਗਲ ਗਲੋਂ ਹੀ ਲੱਥਾ। ਫਿਰ ਜਿਹਨੂੰ ਮਰਜੀ ਭਾਵੇਂ ਠੇਕੇ ਤੇ ਭਾਵੇਂ ਦੰਬੀਆਂ ਪਖੰਡੀਆਂ ਜਿੱਥੇ ਮਰਜੀ ਤੁਰਿਆ ਫਿਰੇ, ਫਿਰ ਉਹਦੀ ਕੋਈ ਪਰਵਾਹ ਨਹੀਂ। ਸਾਡਾ ਵਾਹ ਵਾਸਤਾ ਗੁਰੂ ਨਾਨਕ ਨਾਮ ਲੈਵਾ ਸਿੱਖ, ਉਹ ਨਾ ਸਾਡੇ ਘਰ ਚੋਂ ਕਿਤੇ ਬਾਹਰ ਜਾਵੇ। ਇਸ ਕਰਕੇ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੈਂ ਇੱਕ ਸ਼ਿਕਾਇਤ ਨੌਜਵਾਨਾਂ ਦੀ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਕੀ ਲਿਖਿਆ, ਢਾਡੀ ਜੱਥਾ ਇਹ ਬੇਨਤੀ ਕਰਦਾ। ਬਾਜਾ ਵਾਲਿਆ ਤੇਰੇ ਹਾਂ
ਤੇਰਾ ਸਿੱਖ ਵੀ ਖੀਰ ਚੜਾਉਂਦਾ ਏ ਕੋਈ ਮਸਤਾਂ ਦੇ ਧੱਕੇ ਖਾਂਦਾ ਤੇ ਚਾਦਰ ਕਬਰਾਂ ਉੱਤੇ ਚੜਾਉਂਦਾ ਏ ਮੈਂ ਸ਼ੇਖ ਫਤਿਹ ਜਾ ਵੇਖਿਆ ਸੀ ਤੇਰਾ ਸਿੱਖ ਵੀ ਖੀਰ ਚੜਾਉਂਦਾ ਏ ਕੋਈ ਮਸਤਾਂ ਦੇ ਧੱਕੇ ਖਾਂਦਾ ਤੇ ਚਾਦਰ ਕਬਰਾਂ ਉੱਤੇ ਚੜਾਉਂਦਾ ਏ ਕਈ ਨਸ਼ਿਆਂ ਦੇ ਵਿੱਚ ਰੁੜ ਗਏ ਨੇ ਨਸ਼ਿਆਂ ਦੇ ਵਿੱਚ ਰੁੜ ਗਏ ਨੇ ਭੱਜ ਸਕੇ ਨਾ ਬੁਰੀਆਂ ਮਾਰਾਂ ਤੋਂ ਸਿੱਖ ਬਣਨਾ ਮੁਸ਼ਕਿਲ ਹੋ ਗਿਆ ਏ ਸਿੱਖ ਬਣਨਾ ਮੁਸ਼ਕਿਲ ਹੋ ਗਿਆ ਏ ਤੇਰੇ ਪੁੱਤ ਸਰਦਾਰਾਂ ਤੋਂ ਸਿੱਖ ਬਣਨਾ ਮੁਸ਼ਕਿਲ ਹੋ ਗਿਆ ਏ ਤੇਰੇ ਪੁੱਤ ਸਰਦਾਰਾਂ ਤੋਂ ਕਦੇ ਗੋਲੀ ਤੋਂ ਨਾ ਡਰਦਾ ਸੀ ਹੁਣ ਕਿਤਾਬਾਂ ਤੋਂ ਡਰ ਲੱਗਦਾ ਏ ਪਾਣੀ ਪਾਣਾ ਕੋਹਾਂ ਦੂਰ ਗਿਆ ਬਸ ਐਕਟਰ ਜਿਹਾ ਹੀ ਲੱਗਦਾ ਏ ਕਦੇ ਗੋਲੀ ਤੋਂ ਨਾ ਡਰਦਾ ਸੀ ਕਿਤਾਬਾਂ ਤੋਂ ਡਰ ਲੱਗਦਾ ਏ ਪਾਣੀ ਪਾਣਾ ਕੋਹਾਂ ਦੂਰ ਗਿਆ ਬਸ ਐਕਟਰ ਜਿਹਾ ਹੀ ਲੱਗਦਾ ਏ ਬਾਸ ਮਣੀ ਲੈ ਬਾਹੁਲ ਖੰਡੇ ਦੀ ਮਣੀ ਲੈ ਬਾਹੁਲ ਖੰਡੇ ਦੀ ਭੱਜ ਲੋਕਾਂ ਦੀਆਂ ਫਿਟਕਾਰਾਂ ਤੋਂ ਸਿੱਖ ਬਣਨਾ ਮੁਸ਼ਕਿਲ ਹੋ ਗਿਆ ਏ ਸਿੱਖ ਬਣਨਾ ਮੁਸ਼ਕਿਲ ਹੋ ਗਿਆ ਏ ਤੇਰੇ ਪੁੱਤ ਸਰਦਾਰਾਂ ਤੋਂ ਸਿੱਖ ਬਣਨਾ ਮੁਸ਼ਕਿਲ ਹੋ ਗਿਆ ਏ ਤੇਰੇ ਪੁੱਤ ਸਰਦਾਰਾਂ ਤੋਂ ਸਿੱਖ ਬਣਨਾ ਮੁਸ਼ਕਿਲ ਹੋ ਗਿਆ ਏ ਤੇਰੇ ਪੁੱਤ ਸਰਦਾਰਾਂ ਤੋਂ ਗੱਡੀ ਦੇ ਉੱਪਰ ਲਿਖਾ ਕੇ ਦੱਸਣਾ ਪੈਂਦਾ ਕਿ ਪੁੱਤ ਸਰਦਾਰਾਂ ਦੇ ਕਾਕੇ ਨਾ ਫਿਕਰ ਨਾ ਪਾ ਕੇ ਕਿੱਡੀ ਵੱਡੀ ਡਿਗਰੀ ਹੈ ਸਮਝਣ ਦਾ ਯਤਨ ਕਰਨਾ ਇਹਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਬਾਜਾਂ ਵਾਲਿਆ ਪੁੱਤ ਤਾਂ ਤੇਰੇ ਹੀ ਆ ਪਰ ਜਾਂਦੇ ਪਖੰਡੀਆਂ ਦੇ ਡੇਰੇ ਆ ਪੁੱਤ ਕਲਗੀਆਂ ਵਾਲੇ ਦੇ ਸਤਿਗੁਰਾਂ ਨੇ ਇਹ ਆਖਿਆ ਸੀ ਇਹਨ ਪੁੱਤਰਨ ਕੇ ਸੀਸ ਪਰਿਵਾਰ ਦੀਏ ਸੁਤ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਆਧਾਰ ਸਾਨੂੰ ਪੁੱਤ ਬਣਾ ਕੇ ਸਾਡੇ ਤੋਂ ਚਾਰ ਕੁਰਬਾਨ ਕੀਤੇ ਕੋਈ ਕਤਲ ਕਰਾ ਕੇ ਕੇਸਾਂ ਨੂੰ ਉੱਤੇ ਟੋਪੀਆਂ ਫਿਰੇ ਘਮਾਉਂਦਾ ਏ ਕੋਈ ਕੰਨੀ ਮੁੰਦਰਾ ਪਾਉਂਦਾ ਤੇ ਪੱਗ ਬੰਨਦਾ ਦਾੜੀ ਕਟਵਾਉਂਦਾ ਏ ਮੁੜਨਾ ਮੌਖਾ ਹੋ ਗਿਆ ਏ ਬਣੇ ਫੁਕਰੇ ਬਰਖੁਰਦਾਰਾਂ ਤੋਂ ਫੁਕਰਾ ਪਾਣੀ ਹੈ ਨਾ ਕੰਨਾਂ 'ਚ ਮੁੰਦਰਾ ਵੀ ਹੈ ਸਿਰ ਤੇ ਪੱਗ ਵੀ ਹੈ ਤੇ ਦਾੜੀ ਵੀ ਕੱਟੀ ਹੋਈ ਹੈ ਮੈਂ ਸ਼ੇਖ ਫਤਿਹ ਜਾ ਵੇਖਿਆ ਸੀ ਤੇਰਾ ਸਿੱਖ ਵੀ ਖੀਰ ਚੜਾਉਂਦਾ ਏ ਉੱਥੇ ਨੀਲੀਆਂ ਪੱਗਾਂ ਉਤੋਂ ਦੀ ਗਾਤਰੇ ਮੈਂ ਇੱਕ ਵਾਰ ਗਿਆ ਤੇ ਕਰਵੇ ਹੋ ਵੇਖਣ ਗਿਆ ਤਮਾਸ਼ਾ ਕੋਈ ਮਸਤਾਂ ਦੇ ਧੱਕੇ ਖਾਂਦਾ ਏ ਚੰਗੇ ਚੰਗੇ ਕਾਲੀ ਦਲ ਦੇ ਲੀਡਰ ਮਸਤਾਂ ਦੇ ਧੱਕੇ ਖਾਣ ਜਾਣੇ ਪਰ ਇਹ ਬੇਨਤੀ ਕਰਨ ਦਾ ਯਤਨ ਕੀਤਾ ਏ ਕਦੇ ਗੋਲੀ ਤੋਂ ਨਾ ਡਰਦਾ ਸੀ ਹੁਣ ਕਿਤਾਬਾਂ ਤੋਂ ਡਰ ਲੱਗਦਾ ਪੰਜਾਬ ਦਾ ਗੱਭਰੂ ਕਦੇ ਗੋਲੀ ਤੋਂ ਨਹੀਂ ਸੀ ਡਰਦਾ ਹੁਣ ਕਿਤਾਬ ਤੋਂ ਮੌਤ ਪੈਂਦੀ ਆ ਪੜਦਾ ਨਹੀਂ ਚਾਰ ਸਪੇਰੇ ਭਾਰਤ ਦੇ ਹੋਰ ਸੂਬੇ ਵੇਖ ਲਓ ਕਿੰਨੀ ਕਿੰਨੀ ਪੜ੍ਹਾਈ ਆ ਤੇ ਸਾਡੇ ਵਾਲੇ ਹੱਦ 12ਵੀਂ ਪੜ੍ਹ ਕੇ ਤੇ ਆਈਲੈਟਸ ਕਰ ਲਈ ਵਾ ਤੀਰ ਮਾਰ ਲਿਆ ਚੱਲ ਕੈਨੇਡਾ ਨੂੰ ਜਾਂ ਹੋਰ ਵਿਦੇਸ਼ਾਂ ਮੇਰੀ ਬੇਨਤੀ ਹੈ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਸ਼ਿਕਾਇਤ ਹੀ ਦਰਜ ਕਰਵਾਈ ਸੀ ਪਾਤਸ਼ਾਹ ਮੈਥੋਂ ਗੱਲ ਨਹੀਂ ਬਣੀ ਆਪੇ ਸਾਂਭ ਲੈ ਇਹ ਤੇਰੇ ਨੇ ਇਹਨਾਂ ਨੂੰ ਸਮੱਤ ਦੇ ਗੁਰੂ ਕਾ ਨੌਜਵਾਨ ਤੇਰਾ ਸਿੱਖ ਦਸਤਾਰ ਸੰਭਾਲ ਲਵੇ ਭੈਣ ਸਾਡੀ ਚੁੰਨੀ ਸੰਭਾਲ ਲਵੇ ਮੁੜ ਆਓ ਇੰਨੀ ਬੇਨਤੀ ਕਰਾਂਗਾ ਸਮਾਂ ਸਮਾਪਤ ਹੋ ਗਿਆ ਹੈ ਕਿਉਂਕਿ ਜਿਨ੍ਹਾਂ ਨੇ ਸਿਫਾਰਿਸ਼ ਕੀਤੀ ਇਹਦੇ ਵਿੱਚ ਬੜਾ ਕੁਝ ਕਹਿਣ ਵਾਲਾ ਸੀ ਪਰ ਜੋ ਮੈਂ ਕਹਿ ਸਕਿਆ ਮੇਰਾ ਉਹਨਾਂ ਕੀ ਪ੍ਰਵਾਨ ਕਰ ਲਿਓ ਸੱਚ ਹੈ ਜੋ ਮੈਂ ਪਹਿਲਾਂ ਬੇਨਤੀ ਕੀਤੀ ਸੀ ਇਹ ਥੋੜੀ ਜਿਹੀ ਕੁੜੱਤਣਤਾ ਨਜ਼ਰ ਆਵੇਗੀ ਪਰ ਇਹਦੇ ਵਿੱਚ ਮੇਰਾ ਆਪਣਾ ਕੋਈ ਨਿੱਜੀ ਇਹਦੇ ਵਿੱਚ ਨਿੱਜੀ ਮੇਰਾ ਹੱਕ ਨਹੀਂ ਕੀ ਕਹਿ ਸਕਦਾ ਵੀ ਪਦਾਰਥਵਾਦੀ ਜੋਗ ਹੈ ਕੋਈ ਨਿੱਜੀ ਨਹੀਂ ਹੈ ਮੇਰਾ ਇਹ ਸਮੁੱਚੀ ਕੌਮ ਦਾ ਹੈ ਸਮੁੱਚੇ ਨੌਜਵਾਨਾਂ ਦਾ ਹੈ ਸਮੁੱਚੇ ਪੰਥ ਦਾ ਹੈ ਕਿੰਨਾ ਚੰਗਾ ਹੋਵੇ ਸਾਨੂੰ ਗਾਤਰੀਆਂ ਵਾਲੇ ਦਸਤਾਰਾਂ ਵਾਲੇ ਨਜ਼ਰ ਆਉਂਦੇ ਹੋਣਗੇ ਜਦੋਂ ਦਸਤਾਰ ਵਾਲਾ ਸਿੱਖ ਸਰਦਾਰ ਦਾ ਪੁੱਤ ਉਹ ਸਾਨੂੰ ਟੋਪੀ ਵਿੱਚ ਨਜ਼ਰ ਆਉਂਦਾ ਉਦੋਂ ਦੁੱਖ ਆਉਂਦਾ ਇਹ ਦੁੱਖ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਦਿਓ ਅਨੰਦ ਸਾਹਿਬ ਜੀ ਦਾ ਜਾਪ ਕਰੀ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਕੋਇ ਨ ਜਾਣੈ ਤੁਮਰਾ ਅੰਤ। ਉਚੇਤੇ ਊਚਾ ਭਗਵੰਤ, ਸਗਲ ਸਮਗਰੀ ਤੁਮਰੈ। ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰਬਾਂ ਤੁਧ ਆਗੇ, ਅਰਦਾਸ ਹਮਾਰੀ। ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਵਾਹਿਗੁਰੂ 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 ਜੀ। ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ।